ਮੇਰੇ ਪਾਪਾ ਨੂੰ ਲੱਗਿਆ ਮੈਂ ਗਰਭਵਤੀ ਹਾਂ। ਬਦਨਾਮੀ ਦੇ ਡਰ ਤੋਂ ਤਾਂ ਪਾਪਾ ਨੇ ਮੇਰਾ ਵਿਆਹ ਨੌਕਰ ਨਾਲ ਕਰਵਾ ਦਿੱਤਾ। ਮੈਂ ਬੇਕਸੂਰ ਸੀ, ਪਰ ਜਦੋਂ ਵਿਆਹ ਤੋਂ 6 ਮਹੀਨੇ ਬਾਅਦ ਹੀ ਮੈਂ ਆਪਣੇ ਬੱਚੇ ਨੂੰ ਜਨਮ ਦਿੱਤਾ ਤਾਂ ਬੱਚੇ ਨੂੰ ਦੇਖ ਕੇ ਮੇਰੇ ਹੋਸ਼ ਉੱਡ ਗਏ, ਕਿਉਂਕਿ ਇਹ ਬੱਚਾ ਤਾਂ ਮੈਂ ਥੱਕੀ ਹਾਰੀ ਕਾਲਜ ਤੋਂ ਆਈ ਸੀ ਤਾਂ ਪਾਪਾ ਨੂੰ ਘਰੇ ਦੇਖ ਕੇ ਹੈਰਾਨ ਸੀ, ਕਿਉਂਕਿ ਪਾਪਾ ਤਾਂ ਇਸ ਸਮੇਂ ਆਫਿਸ ਵਿੱਚ ਰਹਿੰਦੇ ਸਨ। ਅੱਜ ਭਰੀ ਦੁਪਹਿਰ ਵਿੱਚ ਘਰ ਕਿਵੇਂ ਆ ਗਏ? ਗਰਮੀ ਤੇ ਪਸੀਨੇ ਕਰਕੇ ਮੇਰੀ ਹਾਲਤ ਬਹੁਤ ਖਰਾਬ ਸੀ। ਪਾਪਾ ਨੇ ਮੈਨੂੰ ਗਹਿਰੀ ਨਜ਼ਰ ਨਾਲ ਦੇਖਿਆ ਤੇ ਮੈਨੂੰ ਦੇਖਦੇ ਹੀ ਬਹੁਤ ਅਜੀਬ ਲਫ਼ਜ਼ਾਂ ਨਾਲ ਪੁੱਛਣ ਲੱਗੇ, ਕਵਿਤਾ, ਅੱਜ ਕਾਲਜ ਤੋਂ ਆਉਣ ਵਿੱਚ ਇੰਨੀ ਦੇਰ ਕਿਉਂ ਹੋ ਗਈ? ਮੈਂ ਦੱਸਿਆ ਕਿ ਅੱਜ ਕਾਲਜ ਵਿੱਚ ਐਕਸਟਰਾ ਕਲਾਸ ਸੀ, ਇਸ ਲਈ ਮੈਨੂੰ ਘਰ ਆਉਣ ਵਿੱਚ ਦੇਰ ਹੋ ਗਈ। ਪਾਪਾ ਨੇ ਸਿਰ ਤੋਂ ਪੈਰਾਂ ਤੱਕ ਮੇਰੇ ਵੱਲ ਦੇਖਿਆ ਤੇ ਕਹਿਣ ਲੱਗੇ, ਬਸ ਇੰਨੀ ਕੁ ਗੱਲ। ਮੈਨੂੰ ਉਹਨਾਂ ਦੇ ਇਸ ਤਰ੍ਹਾਂ ਪੁੱਛਣ ਦਾ ਅੰਦਾਜ਼ ਬਿਲਕੁਲ ਚੰਗਾ ਨਹੀਂ ਲੱਗਿਆ, ਪਰ ਇਹ ਕੋਈ ਨਵੀਂ ਗੱਲ ਨਹੀਂ ਸੀ। ਕਈ ਸਾਲਾਂ ਤੋਂ ਮੈਂ ਉਹਨਾਂ ਦੇ ਇਸ ਰਵੱਈਏ ਤੋਂ ਪਰੇਸ਼ਾਨ ਸੀ। ਪਾਪਾ ਨੂੰ ਮੇਰੀਆਂ ਗੱਲਾਂ 'ਤੇ ਬਹੁਤ ਘੱਟ ਯਕੀਨ ਹੁੰਦਾ ਸੀ। ਉਹ ਇਸ ਤਰ੍ਹਾਂ ਸਵਾਲ ਕਰਦੇ ਜਿਵੇਂ ਮੈਂ ਉਹਨਾਂ ਤੋਂ ਕੁਝ ਛੁਪਾ ਰਹੀ ਹੋਵਾਂ। ਮੈਂ ਕਿਹਾ, ਪਾਪਾ, ਬਸ ਇੰਨੀ ਕੁ ਗੱਲ, ਡਰਾਈਵਰ ਮੇਰੇ ਨਾਲ ਹੁੰਦਾ ਹੈ, ਤੁਸੀਂ ਚਾਹੋ ਤਾਂ ਉਸਨੂੰ ਪੁੱਛ ਸਕਦੇ ਹੋ। ਮੈਨੂੰ ਕਾਲਜ ਛੱਡਣ ਵਾਲਾ ਤੇ ਲਿਆਉਣ ਵਾਲਾ ਡਰਾਈਵਰ 24 ਕੁ ਸਾਲ ਦਾ ਜਵਾਨ ਮੁੰਡਾ ਸੀ। ਉਸਦਾ ਨਾਮ ਰਵੀ ਸੀ, ਪਰ ਪਾਪਾ ਨੂੰ ਉਸ 'ਤੇ ਬਹੁਤ ਜ਼ਿਆਦਾ ਭਰੋਸਾ ਸੀ। ਪਹਿਲਾਂ ਉਸਦਾ ਪਿਓ ਸਾਡੇ ਘਰ ਨੌਕਰੀ ਕਰਦਾ ਸੀ। ਉਹ ਲੋਕ ਬਹੁਤ ਸ਼ਰੀਫ ਸਨ। ਕਾਫੀ ਯਕੀਨ ਦਿਵਾਉਣ ਤੋਂ ਬਾਅਦ ਪਾਪਾ ਨੂੰ ਕਿਸੇ ਤਰ੍ਹਾਂ ਮੇਰੀਆਂ ਗੱਲਾਂ 'ਤੇ ਭਰੋਸਾ ਹੋਇਆ। ਉਹਨਾਂ ਨੇ ਕਿਹਾ, ਠੀਕ ਹੈ, ਕਮਰੇ ਵਿੱਚ ਜਾ ਤੇ ਫਿਰ ਇਕੱਠੇ ਬੈਠ ਕੇ ਖਾਣਾ ਖਾਂਦੇ ਹਾਂ। ਪਾਪਾ ਕਦੇ ਮੇਰੇ ਨਾਲ ਪਿਆਰ ਨਾਲ ਗੱਲ ਨਹੀਂ ਕਰਦੇ ਸਨ, ਹਮੇਸ਼ਾ ਸਖਤੀ ਨਾਲ ਹੀ ਪੇਸ਼ ਆਉਂਦੇ ਸਨ। ਉਹ ਮੇਰੀ ਹਰ ਛੋਟੀ ਹਰਕਤ 'ਤੇ ਨਜ਼ਰ ਰੱਖਦੇ ਸਨ। ਰਾਤ ਨੂੰ ਕਈ ਵਾਰ ਉਹ ਮੇਰੇ ਕਮਰੇ ਵਿੱਚ ਚੱਕਰ ਲਗਾਉਂਦੇ। ਪਤਾ ਨਹੀਂ ਕਿਉਂ ਪਾਪਾ ਨੂੰ ਮੇਰੇ 'ਤੇ ਭਰੋਸਾ ਨਹੀਂ ਸੀ। ਜਦੋਂ ਤੋਂ ਮਾਂ ਇਸ ਦੁਨੀਆ ਤੋਂ ਗਈ ਸੀ, ਪਾਪਾ ਨੇ ਹੀ ਪਾਲ ਪੋਸ ਕੇ ਵੱਡਾ ਕੀਤਾ ਸੀ ਮੈਨੂੰ। ਪਾਪਾ ਹਰ ਸਮੇਂ ਮੇਰੇ ਨਾਲ ਸਖਤੀ ਨਾਲ ਪੇਸ਼ ਆਉਂਦੇ। ਉਹਨਾਂ ਦੇ ਇਸ ਵਿਵਹਾਰ ਕਰਕੇ ਮੈਂ ਘਰ ਵਿੱਚ ਘੁਟਨ ਮਹਿਸੂਸ ਕਰਦੀ ਸੀ। ਕਾਲਜ ਵਿੱਚ ਮੇਰੀ ਇੱਕ ਸਹੇਲੀ ਸੀ, ਸੁਮਨ। ਕਦੇ-ਕਦੇ ਮੈਂ ਸੁਮਨ ਦੇ ਘਰ ਚਲੀ ਜਾਂਦੀ ਸੀ। ਸੁਮਨ ਦਾ ਇੱਕ ਭਰਾ ਸੀ, ਰੋਹਿਤ। ਉਹ ਵੀ ਸਾਡੇ ਨਾਲ ਗੱਲਾਂ ਕਰਨ ਲੱਗ ਜਾਂਦਾ। ਜਦੋਂ ਉਹ ਸੁਮਨ ਨੂੰ ਕਾਲਜ ਛੱਡਣ ਆਉਂਦਾ ਤਾਂ ਮੇਰੇ ਨਾਲ ਵੀ ਉਸਦੀ ਮੁਲਾਕਾਤ ਹੋ ਜਾਂਦੀ। ਉਸ ਦੀਆਂ ਗੱਲਾਂ ਤੋਂ ਲੱਗਦਾ ਕਿ ਉਹ ਮੈਨੂੰ ਪਸੰਦ ਕਰਦਾ ਸੀ, ਪਰ ਪਾਪਾ ਦੇ ਡਰ ਤੋਂ ਮੈਂ ਹਮੇਸ਼ਾ ਕੋਸ਼ਿਸ਼ ਕਰਦੀ ਕਿ ਉਸ ਤੋਂ ਦੂਰ ਰਹਾਂ। ਪਰ ਮੇਰੀ ਬਦਕਿਸਮਤੀ ਸੀ ਕਿ ਪਾਪਾ ਇੱਕ ਦਿਨ ਮੇਰੇ ਪਿੱਛੇ ਕਾਲਜ ਪਹੁੰਚ ਗਏ। ਉਹਨਾਂ ਨੇ ਮੈਨੂੰ ਰੋਹਿਤ ਨਾਲ ਗੱਲ ਕਰਦੇ ਦੇਖ ਲਿਆ। ਪਾਪਾ ਮੇਰੇ ਕਾਲਜ ਕਿਉਂ ਆਏ ਮੈਨੂੰ ਨਹੀਂ ਪਤਾ, ਪਰ ਉਸ ਦਿਨ ਤੋਂ ਮੇਰੀ ਜ਼ਿੰਦਗੀ ਵਿੱਚ ਕਿਆਮਤ ਆ ਗਈ। ਰੋਹਿਤ ਨਾਲ ਗੱਲ ਕਰਦੇ ਦੇਖ ਪਾਪਾ ਨੇ ਮੈਨੂੰ ਗੁੱਸੇ ਵਿੱਚ ਗੱਡੀ ਵਿੱਚ ਬਿਠਾਇਆ ਤੇ ਆਪਣੇ ਨਾਲ ਘਰ ਲੈ ਆਏ। ਉਸ ਦਿਨ ਤੋਂ ਬਾਅਦ ਪਾਪਾ ਨੇ ਮੇਰਾ ਕਾਲਜ ਆਉਣਾ ਬੰਦ ਕਰ ਦਿੱਤਾ। ਉਹਨਾਂ ਨੂੰ ਸ਼ੱਕ ਸੀ ਕਿ ਰੋਹਿਤ ਨਾਲ ਮੇਰਾ ਕੋਈ ਰਿਸ਼ਤਾ ਹੈ। ਮੈਂ ਪਾਪਾ ਨੂੰ ਲੱਖ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਪਾਪਾ ਨੇ ਮੇਰੀ ਇੱਕ ਨਾ ਸੁਣੀ। ਕਿਹਾ ਕਿ ਮੈਂ ਆਪਣੀ ਇੱਜ਼ਤ ਦਾਅ 'ਤੇ ਲੱਗਦੇ ਨਹੀਂ ਦੇਖ ਸਕਦਾ। ਤੂੰ ਮੇਰਾ ਭਰੋਸਾ ਤੋੜਿਆ ਹੈ। ਤੇਰੀ ਮਾਂ ਦੇ ਜਾਣ ਤੋਂ ਬਾਅਦ ਮੈਂ ਹਰ ਦਿਨ ਤੇਰੀ ਫਿਕਰ ਵਿੱਚ ਗੁਜ਼ਾਰਿਆ ਹੈ। ਇੰਨੀਆਂ ਪਾਬੰਦੀਆਂ ਦੇ ਬਾਵਜੂਦ ਅੱਜ ਤੂੰ ਮੇਰਾ ਮੂੰਹ ਕਾਲਾ ਹੀ ਕਰ ਦਿੱਤਾ। ਮੈਂ ਬਹੁਤ ਰੋਈ। ਬਿਨਾਂ ਕਿਸੇ ਗਲਤੀ ਦੇ ਮੇਰੀ ਪੜ੍ਹਾਈ ਵਿੱਚ ਹੀ ਰਹਿ ਗਈ। ਰੋਹਿਤ ਨਾਲ ਮੇਰਾ ਕੋਈ ਰਿਸ਼ਤਾ ਨਹੀਂ ਸੀ, ਪਰ ਘਰ ਵਿੱਚ ਬੰਦ ਹੋ ਕੇ ਰਹਿ ਗਈ। ਸਾਡੇ ਘਰ ਪੈਸੇ ਦੀ ਕੋਈ ਕਮੀ ਨਹੀਂ ਸੀ, ਪਰ ਇੱਕ ਆਜ਼ਾਦੀ ਸੀ ਜਿਸ ਲਈ ਮੈਂ ਤਰਸ ਰਹੀ ਸੀ। ਜਦੋਂ ਮੇਰੇ ਪਾਪਾ ਨੂੰ ਹੀ ਮੇਰੇ 'ਤੇ ਭਰੋਸਾ ਨਹੀਂ ਸੀ ਤਾਂ ਮੈਂ ਹੋਰ ਕਿਸੇ ਤੋਂ ਕੀ ਉਮੀਦ ਕਰਦੀ। ਇੱਕ ਦਿਨ ਮੇਰੇ ਪਾਪਾ ਦੇ ਦੋਸਤ ਸਾਡੇ ਘਰ ਆਏ। ਉਹ ਮੈਨੂੰ ਮੇਰੀ ਪੜ੍ਹਾਈ ਬਾਰੇ ਪੁੱਛਣ ਲੱਗੇ ਤਾਂ ਮੈਂ ਉਹਨਾਂ ਨੂੰ ਸਾਰੀ ਗੱਲ ਦੱਸੀ। ਉਹ ਪਾਪਾ ਦੇ ਪੁਰਾਣੇ ਦੋਸਤ ਸਨ ਤੇ ਅਕਸਰ ਸਾਡੇ ਘਰ ਆ ਜਾਂਦੇ ਸਨ, ਇਸ ਲਈ ਮੈਂ ਸਭ ਕੁਝ ਉਹਨਾਂ ਨੂੰ ਦੱਸ ਦਿੱਤਾ। ਅੰਕਲ ਨੇ ਮੈਨੂੰ ਕਿਹਾ ਕਿ ਫਿਕਰ ਨਾ ਕਰ, ਮੈਂ ਤੇਰੇ ਪਾਪਾ ਨਾਲ ਗੱਲ ਕਰਕੇ ਤੇਰੀ ਪੜ੍ਹਾਈ ਚਾਲੂ ਕਰਵਾ ਦਿੰਦਾ ਹਾਂ। ਮੈਨੂੰ ਥੋੜ੍ਹੀ ਤਸੱਲੀ ਹੋਈ, ਕਿਉਂਕਿ ਪਾਪਾ ਅੰਕਲ ਦੀ ਹਰ ਗੱਲ ਸੁਣਦੇ ਸਨ। ਪਰ ਅੰਕਲ ਦੇ ਪਾਪਾ ਨਾਲ ਗੱਲ ਕਰਨ ਤੋਂ ਪਹਿਲਾਂ ਹੀ ਮੇਰੀ ਜ਼ਿੰਦਗੀ ਨੇ ਇੱਕ ਨਵਾਂ ਮੋੜ ਲੈ ਲਿਆ। ਇੱਕ ਦਿਨ ਰਾਤ ਦੇ ਸਮੇਂ ਮੈਂ ਗਹਿਰੀ ਨੀਂਦ ਵਿੱਚ ਸੁੱਤੀ ਪਈ ਸੀ ਤੇ ਮੇਰੇ ਫ਼ੋਨ ਦੀ ਘੰਟੀ ਵੱਜ ਰਹੀ ਸੀ ਤਾਂ ਪਾਪਾ ਨੇ ਮੇਰਾ ਫ਼ੋਨ ਚੱਕ ਲਿਆ। ਤਾਂ ਫ਼ੋਨ 'ਤੇ ਰੋਹਿਤ ਸੀ। ਉਸਨੂੰ ਪਤਾ ਚੱਲਿਆ ਕਿ ਉਸਦੀ ਵਜ੍ਹਾ ਨਾਲ ਮੇਰੀ ਪੜ੍ਹਾਈ ਛੁੱਟ ਗਈ ਹੈ। ਉਸਨੂੰ ਬੁਰਾ ਲੱਗ ਰਿਹਾ ਸੀ, ਇਸ ਕਰਕੇ ਉਸਨੇ ਫ਼ੋਨ ਕੀਤਾ ਸੀ, ਪਰ ਪਾਪਾ ਨੇ ਇਸ ਦਾ ਗਲਤ ਮਤਲਬ ਕੱਢ ਲਿਆ। ਪਾਪਾ ਨੇ ਮੇਰਾ ਮੋਬਾਈਲ ਵੀ ਖੋਹ ਲਿਆ ਤੇ ਮੈਨੂੰ ਕਮਰੇ ਤੋਂ ਬਾਹਰ ਨਿਕਲਣ ਤੋਂ ਵੀ ਮਨ੍ਹਾ ਕਰ ਦਿੱਤਾ। ਅੰਕਲ ਘਰ ਆਉਂਦੇ, ਉਹ ਮੈਨੂੰ ਕਮਰੇ ਵਿੱਚ ਮਿਲਣ ਆ ਜਾਂਦੇ। ਉਹ ਮੈਨੂੰ ਕਹਿੰਦੇ ਕਿ ਮੈਂ ਤੇਰੇ ਪਾਪਾ ਨੂੰ ਸਮਝਾਵਾਂਗਾ। ਹਜੇ ਇਹਨਾਂ ਗੱਲਾਂ ਨੂੰ 2 ਕੁ ਦਿਨ ਹੀ ਹੋਏ ਸਨ ਕਿ ਪਾਪਾ ਮੈਨੂੰ ਕਹਿਣ ਲੱਗੇ, ਅੱਜ ਤੋਂ ਬਾਅਦ ਤੂੰ ਮੇਰੇ ਕਮਰੇ ਵਿੱਚ ਸੋਇਆ ਕਰੇਂਗੀ। ਪਰ ਮੈਨੂੰ ਇਹ ਠੀਕ ਨਹੀਂ ਲੱਗ ਰਿਹਾ ਸੀ, ਪਰ ਪਾਪਾ ਦੇ ਡਰ ਤੋਂ ਮੈਂ ਮਨ੍ਹਾ ਨਾ ਕਰ ਸਕੀ। ਪਰ ਮੈਂ ਪਾਪਾ ਨੂੰ ਰੋਂਦੇ ਹੋਏ ਕਿਹਾ ਕਿ ਇੱਕ ਵਾਰੀ ਤਾਂ ਆਪਣੀ ਧੀ 'ਤੇ ਯਕੀਨ ਕਰ ਲਵੋ। ਪਰ ਪਾਪਾ ਨੇ ਕਿਹਾ, ਮੈਂ ਜਿੰਨਾ ਭਰੋਸਾ ਕਰਨਾ ਸੀ ਓਨਾ ਕਰ ਲਿਆ। ਉਸ ਦਿਨ ਤੋਂ ਬਾਅਦ ਮੈਂ ਪਾਪਾ ਦੇ ਕਮਰੇ ਵਿੱਚ ਸੌਣਾ ਸ਼ੁਰੂ ਕਰ ਦਿੱਤਾ। ਮੈਂ ਸਾਰੀ ਰਾਤ ਰੋਂਦੀ ਰਹਿੰਦੀ। ਰਾਤ ਨੂੰ ਨਾ ਸੌਣ ਕਰਕੇ ਮੈਂ ਦਿਨ ਵਿੱਚ ਆਪਣੇ ਕਮਰੇ ਵਿੱਚ ਸੁੱਤੀ ਰਹਿੰਦੀ। ਇੱਕ ਦਿਨ ਅਚਾਨਕ ਮੇਰੀ ਤਬੀਅਤ ਖਰਾਬ ਹੋਣ ਲੱਗੀ।
ਤੇ ਪਾਪਾ ਨੂੰ ਯਕੀਨ ਹੋ ਗਿਆ ਕਿ ਮੈਂ ਪ੍ਰੈਗਨੈਂਟ ਹਾਂ। ਪਾਪਾ ਨੇ ਮੈਨੂੰ ਕਿਹਾ ਕਿ ਤੇਰੇ ਗਲਤ ਕੰਮ ਦਾ ਨਤੀਜਾ ਹੁਣ ਸਾਹਮਣੇ ਆ ਰਿਹਾ ਹੈ। ਪਾਪਾ ਰੋਹਿਤ ਨੂੰ ਇਸ ਦਾ ਦੋਸ਼ ਦੇ ਰਹੇ ਸਨ, ਤੂੰ ਮੇਰੀ ਇੱਜ਼ਤ ਮਿੱਟੀ ਵਿੱਚ ਮਿਲਾ ਦਿੱਤੀ ਹੈ। ਉਹ ਬਦਨਾਮੀ ਦੇ ਡਰ ਤੋਂ ਮੈਨੂੰ ਹਸਪਤਾਲ ਨਹੀਂ ਲਿਜਾਣਾ ਚਾਹੁੰਦੇ ਸਨ, ਨਾ ਹੀ ਮੇਰੀਆਂ ਗੱਲਾਂ 'ਤੇ ਯਕੀਨ ਕਰ ਰਹੇ ਸਨ। ਪਾਪਾ ਨੇ ਤੁਰੰਤ ਅੰਕਲ ਨੂੰ ਘਰ ਬੁਲਾ ਲਿਆ ਤੇ ਉਹਨਾਂ ਨੂੰ ਸਾਰੀ ਗੱਲ ਦੱਸੀ। ਮੈਂ ਤਾਂ ਸ਼ਰਮ ਦੇ ਮਾਰੇ ਜ਼ਮੀਨ ਅੰਦਰ ਹੀ ਧੱਸ ਗਈ। ਅੰਕਲ ਵੀ ਗੱਲ ਸੁਣ ਕੇ ਪਰੇਸ਼ਾਨ ਹੋ ਗਏ ਤੇ ਮੈਨੂੰ ਕਹਿਣ ਲੱਗੇ, ਪਹਿਲਾਂ ਤਾਂ ਮੈਂ ਸਮਝਦਾ ਸੀ ਕਿ ਤੇਰੇ ਪਾਪਾ ਨੂੰ ਗਲਤਫਹਿਮੀ ਹੈ, ਪਰ ਤੂੰ ਤਾਂ ਉਸ ਦੀ ਇੱਜ਼ਤ ਮਿੱਟੀ ਵਿੱਚ ਮਿਲਾ ਦਿੱਤੀ। ਅਜਿਹਾ ਕਰਨ ਤੋਂ ਪਹਿਲਾਂ ਤੂੰ ਇੱਕ ਵਾਰ ਵੀ ਆਪਣੇ ਪਾਪਾ ਬਾਰੇ ਨਹੀਂ ਸੋਚਿਆ। ਅੰਕਲ ਨੇ ਪਾਪਾ ਨੂੰ ਸਲਾਹ ਦਿੱਤੀ ਕਿ ਰਾਤੋਂ ਰਾਤ ਮੇਰਾ ਵਿਆਹ ਕਰ ਦਿੱਤਾ ਜਾਵੇ ਤਾਂ ਕਿ ਇਸ ਬੱਚੇ ਨੂੰ ਪਿਤਾ ਦਾ ਨਾਮ ਮਿਲ ਜਾਵੇ ਤੇ ਬਦਨਾਮੀ ਤੋਂ ਵੀ ਬਚ ਜਾਵਾਂਗੇ। ਮੈਨੂੰ ਅੰਕਲ ਤੋਂ ਇਸ ਤਰ੍ਹਾਂ ਦੀ ਉਮੀਦ ਨਹੀਂ ਸੀ। ਫਿਰ ਰਵੀ ਚਾਹ ਬਣਾ ਕੇ ਲੈ ਆਇਆ। ਪਾਪਾ ਨੇ ਅਚਾਨਕ ਰਵੀ ਨੂੰ ਪੁੱਛ ਲਿਆ ਕਿ ਤੂੰ ਕਵਿਤਾ ਨਾਲ ਵਿਆਹ ਕਰੇਂਗਾ। ਪਾਪਾ ਦੀ ਇਹ ਗੱਲ ਸੁਣ ਕੇ ਉਹ ਹੈਰਾਨ ਹੋ ਗਿਆ। ਮੇਰੇ ਤਾਂ ਪੈਰਾਂ ਥੱਲੇ ਜ਼ਮੀਨ ਖਿਸਕ ਗਈ ਕਿ ਕਿਵੇਂ ਮੇਰਾ ਵਿਆਹ ਪਾਪਾ ਨੌਕਰ ਨਾਲ ਕਰਵਾ ਸਕਦੇ ਹਨ, ਜਦੋਂ ਕਿ ਮੇਰੀ ਤਾਂ ਕੋਈ ਗਲਤੀ ਨਹੀਂ ਸੀ ਤੇ ਨਾ ਹੀ ਮੈਂ ਪ੍ਰੈਗਨੈਂਟ ਸੀ। ਰਵੀ ਨੇ ਕਿਹਾ, ਮੈਂ ਕਵਿਤਾ ਮੈਡਮ ਨਾਲ ਕਿਵੇਂ ਵਿਆਹ ਕਰਵਾ ਸਕਦਾ ਹਾਂ। ਪਾਪਾ ਨੇ ਉਸ ਨੂੰ ਸਮਝਾਉਂਦੇ ਹੋਏ ਕਿਹਾ ਕਿ ਜੋ ਮੇਰੇ ਨਾਲ ਵਿਆਹ ਕਰ ਲੈਂਦਾ ਹੈ ਤਾਂ ਉਸ ਦੀ ਜ਼ਿੰਦਗੀ ਬਦਲ ਦੇਣਗੇ, ਉਸ ਦੇ ਮਾਂ-ਪਿਓ ਦੀਆਂ ਵੀ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਨਗੇ। ਪਾਪਾ ਦੇ ਇੰਨਾ ਸਮਝਾਉਣ ਤੋਂ ਬਾਅਦ ਉਹ ਵਿਆਹ ਲਈ ਤਿਆਰ ਹੋ ਗਿਆ ਤੇ ਅਗਲੇ 1-2 ਦਿਨ ਤੱਕ ਮੇਰਾ ਵਿਆਹ ਰਵੀ ਨਾਲ ਕਰ ਦਿੱਤਾ ਗਿਆ। ਮੈਂ ਨਾ ਚਾਹੁੰਦੇ ਹੋਏ ਵੀ ਰਵੀ ਨਾਲ ਵਿਆਹ ਕਰਨਾ ਪਿਆ। ਪਾਪਾ ਨੇ ਰਵੀ ਨੂੰ ਤੋਹਫੇ ਵਜੋਂ ਇੱਕ ਫਲੈਟ ਦੇ ਦਿੱਤਾ। ਵਿਆਹ ਤੋਂ ਬਾਅਦ ਰਵੀ ਮੈਨੂੰ ਉਸੇ ਫਲੈਟ ਵਿੱਚ ਲੈ ਆਇਆ। ਰਵੀ ਨੂੰ ਮੈਂ ਆਪਣਾ ਪਤੀ ਹੋਣ ਦਾ ਕੋਈ ਹੱਕ ਨਹੀਂ ਦਿੱਤਾ। ਮੈਂ ਤੇ ਰਵੀ ਅਲੱਗ-ਅਲੱਗ ਕਮਰੇ ਵਿੱਚ ਰਹਿੰਦੇ ਸੀ। ਰਵੀ ਨੂੰ ਮੇਰੇ ਤੋਂ ਕੋਈ ਸ਼ਿਕਾਇਤ ਨਹੀਂ ਸੀ। ਉਹ ਮੈਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਵਿੱਚ ਲੱਗਿਆ ਰਹਿੰਦਾ। ਵਿਆਹ ਤੋਂ 2 ਮਹੀਨੇ ਬਾਅਦ ਮੇਰੀ ਤਬੀਅਤ ਖਰਾਬ ਹੋ ਗਈ ਤੇ ਮੇਰਾ ਪੇਟ ਵੀ ਦੱਸਣ ਲੱਗਿਆ ਕਿ ਮੈਂ ਪ੍ਰੈਗਨੈਂਟ ਹਾਂ, ਪਰ ਮੈਨੂੰ ਯਕੀਨ ਨਹੀਂ ਸੀ ਕਿਉਂਕਿ ਮੇਰੀ ਨਜ਼ਰ ਵਿੱਚ ਮੈਂ ਕੋਈ ਗਲਤ ਕੰਮ ਨਹੀਂ ਕੀਤਾ ਸੀ। ਪਰ ਜਦੋਂ ਡਾਕਟਰ ਨੂੰ ਦਿਖਾਇਆ ਤਾਂ ਮੈਂ ਸੱਚਮੁੱਚ ਹੀ ਪ੍ਰੈਗਨੈਂਟ ਸੀ। ਜਦੋਂ ਮੈਂ ਕੁਝ ਗਲਤ ਕੀਤਾ ਹੀ ਨਹੀਂ ਤਾਂ ਉਹ ਬੱਚਾ ਮੇਰੇ ਪੇਟ ਵਿੱਚ ਕਿਵੇਂ ਆਇਆ। ਰਵੀ ਮੇਰਾ ਪਹਿਲਾਂ ਤੋਂ ਵੀ ਜ਼ਿਆਦਾ ਧਿਆਨ ਰੱਖਣ ਲੱਗਿਆ। ਉਹ ਮੈਨੂੰ ਹਰ ਸਮੇਂ ਖੁਸ਼ ਰੱਖਣ ਦੀ ਕੋਸ਼ਿਸ਼ ਕਰਦਾ। ਉਸ ਦਾ ਪਿਆਰ ਦੇਖ ਕੇ ਹੁਣ ਮੈਨੂੰ ਵੀ ਉਸ ਨਾਲ ਪਿਆਰ ਹੋਣ ਲੱਗਿਆ ਸੀ, ਕਿਉਂਕਿ ਪਹਿਲੀ ਵਾਰ ਮੈਂ ਆਪਣੀ ਜ਼ਿੰਦਗੀ ਵਿੱਚ ਅਜਿਹਾ ਇਨਸਾਨ ਦੇਖਿਆ ਸੀ ਜੋ ਮੇਰੀ ਹਰ ਗੱਲ ਮੰਨਦਾ ਸੀ ਤੇ ਬਿਨਾਂ ਕਿਸੇ ਸਵਾਰਥ ਦੇ ਮੇਰਾ ਇੰਨਾ ਧਿਆਨ ਰੱਖਦਾ ਸੀ। ਉਸਨੇ ਕਦੇ ਬੱਚੇ ਬਾਰੇ ਕੋਈ ਸਵਾਲ ਨਹੀਂ ਕੀਤਾ। ਉਹ ਬਹੁਤ ਨੇਕ ਦਿਲ ਇਨਸਾਨ ਸੀ, ਪਰ ਮੈਨੂੰ ਇਹ ਸਮਝ ਨਹੀਂ ਆ ਰਿਹਾ ਸੀ ਕਿ ਮੇਰੇ ਨਾਲ ਅਜਿਹਾ ਕਿਸ ਨੇ ਕੀਤਾ। ਮੈਂ ਹਮੇਸ਼ਾ ਅਜਿਹਾ ਹੀ ਸੋਚਦੀ ਰਹਿੰਦੀ। ਫਿਰ ਮੇਰੀ ਡਿਲੀਵਰੀ ਦਾ ਸਮਾਂ ਆਇਆ। ਇੱਕ ਬੇਟੇ ਨੂੰ ਜਨਮ ਦਿੱਤਾ, ਪਰ ਮੈਂ ਬੱਚੇ ਨੂੰ ਦੇਖਿਆ ਤੱਕ ਨਹੀਂ, ਕਿਉਂਕਿ ਉਸ ਬੱਚੇ ਕਰਕੇ ਮੇਰੀ ਜ਼ਿੰਦਗੀ ਬਰਬਾਦ ਹੋ ਗਈ ਸੀ। ਜਦੋਂ ਰਵੀ ਨੇ ਦੇਖਿਆ ਕਿ ਮੈਂ ਬੱਚੇ ਨੂੰ ਨਫ਼ਰਤ ਕਰਦੀ ਹਾਂ ਤਾਂ ਉਸਨੇ ਉਸ ਬੱਚੇ ਨੂੰ ਪਿਆਰ ਨਾਲ ਗੋਦ ਵਿੱਚ ਲਿਆ ਤੇ ਉਹੀ ਉਸ ਬੱਚੇ ਦਾ ਖਿਆਲ ਰੱਖਣ ਲੱਗਾ। ਘਰ ਆਉਣ ਤੋਂ ਬਾਅਦ ਉਸਨੇ ਮੇਰਾ ਤੇ ਬੱਚੇ ਦਾ ਪੂਰਾ ਧਿਆਨ ਰੱਖਿਆ। ਮੈਂ ਇੱਕ ਦਿਨ ਉਸਨੂੰ ਪੁੱਛ ਹੀ ਲਿਆ ਕਿ ਤੂੰ ਇੱਕ ਨਜਾਇਜ਼ ਬੱਚੇ ਨੂੰ ਇੰਨੇ ਪਿਆਰ ਨਾਲ ਕਿਵੇਂ ਅਪਣਾ ਲਿਆ। ਤੈਨੂੰ ਤਾਂ ਚੰਗੀ ਤਰ੍ਹਾਂ ਪਤਾ ਹੈ ਕਿ ਇਹ ਬੱਚਾ ਤੇਰਾ ਨਹੀਂ ਹੈ। ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਉਸਨੇ ਮੈਨੂੰ ਕਿਹਾ, ਕਵਿਤਾ, ਤੇਰੇ ਨਾਲ ਜੁੜੀ ਹਰ ਚੀਜ਼ ਮੇਰੀ ਜ਼ਿੰਮੇਵਾਰੀ ਹੈ ਤੇ ਮੈਨੂੰ ਬਹੁਤ ਪਿਆਰੀ ਵੀ ਹੈ। 1 ਮਹੀਨਾ ਹੋ ਗਿਆ ਪਰ ਮੈਂ ਬੱਚੇ ਨੂੰ ਹਜੇ ਤੱਕ ਗੋਦ ਵਿੱਚ ਨਹੀਂ ਚੁੱਕਿਆ ਸੀ। ਰਵੀ ਹੀ ਦਿਨ ਰਾਤ ਉਸ ਦਾ ਖਿਆਲ ਰੱਖਦਾ। ਮੈਂ ਹਮੇਸ਼ਾ ਰੋਂਦੀ ਰਹਿੰਦੀ, ਆਪਣੀ ਬਦਨਸੀਬੀ ਨੂੰ ਕੋਸਦੀ ਰਹਿੰਦੀ। ਮੇਰਾ ਇਹ ਹਾਲ ਦੇਖ ਕੇ ਇੱਕ ਦਿਨ ਰਵੀ ਮੇਰੇ ਕੋਲ ਆਇਆ ਤੇ ਕਹਿਣ ਲੱਗਾ, ਮੈਥੋਂ ਤੇਰੀ ਇਹ ਹਾਲਤ ਦੇਖੀ ਨਹੀਂ ਜਾਂਦੀ। ਕੀ ਤੂੰ ਜਾਣਨਾ ਚਾਹੁੰਦੀ ਹੈ ਕਿ ਇਹ ਬੱਚਾ ਕਿਸ ਦਾ ਹੈ? ਮੈਂ ਉਸਦੇ ਮੂੰਹੋਂ ਇਹ ਗੱਲ ਸੁਣ ਕੇ ਹੈਰਾਨ ਹੁੰਦੇ ਹੋਏ ਕਿਹਾ, ਹਾਂ ਮੈਂ ਜਾਣਨਾ ਹੈ, ਜਲਦੀ ਦੱਸ ਮੈਨੂੰ। ਉਸਨੇ ਮੈਨੂੰ ਕਿਹਾ, ਪਹਿਲਾਂ ਵਾਅਦਾ ਕਰ ਕਿ ਤੂੰ ਇਹ ਕਿਸੇ ਨੂੰ ਨਹੀਂ ਦੱਸੇਂਗੀ, ਕਿਉਂਕਿ ਇਸ ਦਾ ਬੁਰਾ ਅਸਰ ਬੱਚੇ ਦੇ ਭਵਿੱਖ 'ਤੇ ਪਵੇਗਾ। ਇਸ ਵਿੱਚ ਇਸ ਮਾਸੂਮ ਦਾ ਕੋਈ ਕਸੂਰ ਨਹੀਂ ਹੈ। ਮੈਂ ਕਿਸੇ ਵੀ ਹਾਲਤ ਵਿੱਚ ਸੱਚ ਜਾਣਨਾ ਚਾਹੁੰਦੀ ਸੀ, ਇਸ ਲਈ ਮੈਂ ਰਵੀ ਨਾਲ ਵਾਅਦਾ ਕਰ ਲਿਆ। ਪਰ ਉਸਦੇ ਮੂੰਹੋਂ ਸੱਚ ਸੁਣ ਕੇ ਮੇਰੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ, ਕਿਉਂਕਿ ਬੱਚੇ ਦਾ ਪਿਓ ਉਹ ਇਨਸਾਨ ਸੀ ਜਿਸ 'ਤੇ ਮੈਂ ਅੱਖਾਂ ਬੰਦ ਕਰਕੇ ਭਰੋਸਾ ਕਰਦੀ ਸੀ। ਮੇਰੇ ਬੱਚੇ ਦਾ ਪਿਓ ਮੇਰਾ ਅੰਕਲ ਸੀ। ਰਵੀ ਨੇ ਦੱਸਿਆ, ਇੱਕ ਦਿਨ ਅੰਕਲ ਘਰ ਆਇਆ ਸੀ ਤਾਂ ਰਵੀ ਮੇਰੇ ਲਈ ਚਾਹ ਬਣਾ ਰਿਹਾ ਸੀ ਤਾਂ ਅੰਕਲ ਨੇ ਕਿਹਾ ਕਿ ਕਵਿਤਾ ਲਈ ਚਾਹ ਮੈਂ ਲੈ ਜਾਂਦਾ ਹਾਂ ਤੇ ਰਵੀ ਨੂੰ ਉਸਨੇ ਕਿਸੇ ਬਹਾਨੇ ਨਾਲ ਘਰ ਦੇ ਬਾਹਰ ਭੇਜ ਦਿੱਤਾ। ਉਦੋਂ ਮੈਨੂੰ ਯਾਦ ਆਇਆ ਕਿ ਅੰਕਲ ਮੇਰੇ ਲਈ ਇੱਕ ਦਿਨ ਚਾਹ ਲੈ ਕੇ ਆਏ ਸਨ ਤੇ ਮੈਨੂੰ ਪਤਾ ਨਹੀਂ ਸੀ ਕਿ ਪਿਤਾ ਸਮਾਨ ਉਸ ਇਨਸਾਨ ਦੇ ਦਿਲ ਵਿੱਚ ਪਾਪ ਸੀ। ਮੈਂ ਤਾਂ ਚਾਹ ਪੀ ਕੇ ਸੌਂ ਗਈ, ਸੁੱਤੀ ਨਹੀਂ, ਬੇਹੋਸ਼ ਹੋ ਗਈ ਸੀ। ਜਦੋਂ ਰਵੀ ਆਇਆ ਤਾਂ ਉਸਨੇ ਦੇਖਿਆ ਕਿ ਅੰਕਲ ਸ਼ਰਟ ਦੇ ਬਟਨ ਬੰਦ ਕਰਦਾ ਹੋਇਆ ਮੇਰੇ ਕਮਰੇ ਵਿੱਚੋਂ ਬਾਹਰ ਆ ਰਿਹਾ ਸੀ। ਉਸ ਦਿਨ ਤੋਂ ਬਾਅਦ ਰਵੀ ਪਾਪਾ ਤੇ ਅੰਕਲ ਦੀਆਂ ਗੱਲਾਂ ਧਿਆਨ ਨਾਲ ਸੁਣਨ ਲੱਗਿਆ ਤਾਂ ਅੰਕਲ ਹਮੇਸ਼ਾ ਪਾਪਾ ਨੂੰ ਮੇਰੇ ਖਿਲਾਫ ਭੜਕਾਉਂਦਾ ਸੀ।
ਮੈਂ ਚਾਹੁੰਦਾ ਤੇ ਸਾਰੀਆਂ ਗੱਲਾਂ ਤੇਰੇ ਪਾਪਾ ਨੂੰ ਦੱਸ ਸਕਦਾ ਸੀ, ਪਰ ਮੈਨੂੰ ਲੱਗਿਆ ਕਿ ਇੱਕ ਨੌਕਰ ਦੀਆਂ ਗੱਲਾਂ 'ਤੇ ਕੌਣ ਯਕੀਨ ਕਰੇਗਾ। ਪਰ ਮੈਨੂੰ ਤੁਹਾਡੇ ਲਈ ਬਹੁਤ ਬੁਰਾ ਲੱਗਦਾ ਸੀ, ਇਸ ਲਈ ਮੈਂ ਤੁਹਾਡੇ ਨਾਲ ਵਿਆਹ ਕਰਵਾਉਣ ਲਈ ਵੀ ਜਲਦੀ ਹੀ ਮੰਨ ਗਿਆ। ਮੈਨੂੰ ਡਰ ਸੀ ਕਿ ਕਿਤੇ ਤੁਹਾਡੇ ਪਾਪਾ ਅੰਕਲ ਦੇ ਮਗਰ ਲੱਗ ਕੇ ਕੋਈ ਗਲਤ ਫੈਸਲਾ ਨਾ ਲੈ ਲੈਣ। ਮੈਂ ਸੋਚਿਆ ਕਿ ਮੈਂ ਤੁਹਾਨੂੰ ਹਰ ਖੁਸ਼ੀ ਦੇਣ ਦੀ ਪੂਰੀ ਕੋਸ਼ਿਸ਼ ਕਰਾਂਗਾ। ਜਦੋਂ ਅਸੀਂ ਇਹ ਗੱਲਾਂ ਕਰ ਰਹੇ ਸੀ ਤਾਂ ਮੇਰਾ ਬੇਟਾ ਵੀ ਉੱਠ ਗਿਆ ਤੇ ਉਹ ਰੋਣ ਲੱਗਿਆ। ਤਾਂ ਰਵੀ ਨੇ ਕਿਹਾ ਕਿ ਇਸ ਸਭ ਵਿੱਚ ਇਸ ਵਿਚਾਰੇ ਦਾ ਕੀ ਕਸੂਰ, ਉਸਨੇ ਜ਼ਬਰਦਸਤੀ ਬੱਚਾ ਮੇਰੀ ਗੋਦ ਵਿੱਚ ਪਾ ਦਿੱਤਾ। ਮੇਰੀ ਵੀ ਮਮਤਾ ਜਾਗ ਗਈ ਤੇ ਮੈਂ ਬੱਚੇ ਨੂੰ ਲੈ ਕੇ ਰੋਣ ਲੱਗੀ। ਮੈਂ ਰਵੀ ਨੂੰ ਕਿਹਾ ਕਿ ਪਾਪਾ ਨੂੰ ਇਹ ਸੱਚ ਪਤਾ ਹੋਣਾ ਚਾਹੀਦਾ ਹੈ ਤਾਂ ਕਿ ਉਹਨਾਂ ਨੂੰ ਵੀ ਪਤਾ ਚੱਲੇ ਕਿ ਗਲਤ ਕੌਣ ਸੀ। ਅਸੀਂ ਪਾਪਾ ਨੂੰ ਫ਼ੋਨ ਕਰਕੇ ਬੁਲਾਇਆ ਤੇ ਸਾਰੀ ਸੱਚਾਈ ਦੱਸੀ। ਤਾਂ ਸੱਚ ਸੁਣ ਕੇ ਪਾਪਾ ਹੱਥ ਜੋੜ ਕੇ ਰੋਣ ਲੱਗੇ ਤੇ ਮੈਥੋਂ ਮਾफ़ੀ ਮੰਗਣ ਲੱਗੇ। ਜੇ ਇਸ ਬੱਚੇ ਦੇ ਭਵਿੱਖ ਦੀ ਗੱਲ ਨਾ ਹੁੰਦੀ ਤਾਂ ਮੈਂ ਉਸ ਘਟੀਆ ਇਨਸਾਨ ਨੂੰ ਹੁਣੇ ਜੇਲ੍ਹ ਭਿਜਵਾ ਦੇਣਾ ਸੀ। ਪਾਪਾ ਮੈਨੂੰ ਤੇ ਰਵੀ ਨੂੰ ਲੈ ਕੇ ਘਰ ਆ ਗਏ ਤੇ ਅੰਕਲ ਨਾਲੋਂ ਰਿਸ਼ਤਾ ਤੋੜ ਦਿੱਤਾ। ਮੈਂ ਤੇ ਰਵੀ ਨੇ ਇਹ ਫੈਸਲਾ ਕੀਤਾ ਕਿ ਅਸੀਂ ਹਮੇਸ਼ਾ ਆਪਣੇ ਬੱਚਿਆਂ 'ਤੇ ਯਕੀਨ ਕਰਾਂਗੇ, ਨਾ ਕਿ ਕਿਸੇ ਗੈਰ 'ਤੇ, ਕਿਉਂਕਿ ਪਾਪਾ ਦੇ ਮੇਰੇ 'ਤੇ ਭਰੋਸਾ ਨਾ ਕਰਨ ਕਰਕੇ ਜੋ ਮੈਨੂੰ ਭੁਗਤਣਾ ਪਿਆ ਉਹ ਸਾਡੇ ਬੱਚੇ ਨੂੰ ਨਾ ਭੁਗਤਣਾ ਪਵੇ। ਅੰਤ ਵਿੱਚ ਇਹੀ ਕਹਿ ਸਕਦੇ ਹਾਂ ਕਿ ਆਪਣੇ ਬੱਚਿਆਂ ਨੂੰ ਸਮਝੋ, ਉਹਨਾਂ 'ਤੇ ਭਰੋਸਾ ਕਰੋ, ਨਾ ਕਿ ਕਿਸੇ ਬਾਹਰ ਵਾਲਿਆਂ ਦੀਆਂ ਗੱਲਾਂ ਵਿੱਚ ਆ ਕੇ ਆਪਣੇ ਬੱਚਿਆਂ ਲਈ ਕੋਈ ਅਜਿਹਾ ਫੈਸਲਾ ਲਵੋ ਜੋ ਕਿ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਬਰਬਾਦ ਕਰ ਦੇਵੇ। ਤਾਂ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਉਮੀਦ ਕਰਦੇ ਹਾਂ ਤੁਹਾਨੂੰ ਕਹਾਣੀ ਵਧੀਆ ਲੱਗੀ ਹੋਵੇਗੀ। ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ। ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।